ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਗੈਂਗਸਟਰ ਟੀਲੂ ਤਾਜਪੁਰੀ ਦੀ ਤਿਹਾੜ ਜੇਲ੍ਹ ਦੇ ਵਿੱਚ ਹੋਈ ਮੌਤ ਉੱਤੇ ਮੈਂ ਰਿਪੋਰਟ ਆਪਣੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਕਿਉਂਕਿ ਬਹੁਤ ਅਜਿਹੇ ਵੇਰਵੇ ਆ ਰਹੇ ਹੈਗੇ ਨੇ ਜਿਨ੍ਹਾਂ ਨੂੰ ਕੰਪਾਈਲ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਇੱਕ ਰਿਪੋर्ट नहीं ਹੋਏਗੀ ਬਲਕਿ 2 ਜਾਂ 3 ਰਿਪੋਰਟਾਂ ਦੀ ਸੀਰੀਜ਼ ਵੀ ਹੋ ਸਕਦੀ ਹੈ। ਸੋ ਟੀਲੂ ਤਾਜਪੁਰੀਏ ਜਿਸ ਨੂੰ ਲੈ ਕੇ ਬਹੁਤ ਡਿਮਾਂਡਸ ਆ ਰਹੀਆਂ ਸੀ, ਮੇਰੇ ਬਹੁਤ ਸਬਸਕ੍ਰਾਈਬਰਸ ਵੱਲੋਂ ਡਿਮਾਂਡ ਕੀਤੀ ਗਈ ਹੈ ਕਿ ਉਸ ਵਿਸ਼ੇ ਉੱਤੇ ਰਿਪੋਰਟ ਬਣਾਈ ਜਾਏ। ਉਹ ਰਿਪੋਰਟ ਹੁਣ ਮੇਰੀ ਅਗਲੀ ਰਿਪੋਰਟ ਹੋਏਗੀ, ਲੇਕਿਨ ਅੱਜ ਦੀ ਰਿਪੋਰਟ ਵਿੱਚ ਮੈਂ ਇੱਕ ਹੋਰ ਬਹੁਤ ਹੀ ਗੰਭੀਰ ਵਿਸ਼ੇ ਨੂੰ ਛੇੜਾਂਗਾ। ਇਹ ਮੁੱਦਾ ਹੈ ਬੇਅਦਬੀਆਂ ਦੇ ਨਾਲ ਜੁੜਿਆ ਹੋਇਆ। ਹਾਲ ਹੀ ਦੇ ਦਿਨਾਂ ਵਿੱਚ ਬੁਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਘਟੀ ਉਹ ਘਟਨਾ ਜਿਸ ਵਿੱਚ ਗੁਰਦੁਆਰੇ ਦੇ ਵਿੱਚ ਵੜ ਕੇ ਇੱਕ ਜਸਬੀਰ ਸਿੰਘ ਨਾਂ ਦੇ ਸ਼ਖਸ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਹੜੇ ਪਾਠੀ ਸਨ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੁੱਟਿਆ ਮਾਰਿਆ ਗਿਆ ਤੇ ਬਾਅਦ ਦੇ ਵਿੱਚ ਇਸ ਸ਼ਖਸ ਦੇ ਨਾਲ ਵੀ ਕੁੱਟਮਾਰ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਪਵਿੱਤਰ ਬੀੜਾਂ ਸਨ ਉਹਨਾਂ ਦੇ ਨਾਲ ਵੀ ਛੇੜਛਾੜ ਇਸ ਸ਼ਖਸ ਨੇ ਕੀਤੀ। ਸੋ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਗੁੱਸਾ ਸੀ। ਇਸ ਦੇ ਨਾਲ ਕੁੱਟਮਾਰ ਤੋਂ ਬਾਅਦ ਇਸ ਨੂੰ ਜੇਲ੍ਹ ਦੇ ਵਿੱਚ ਲਿਜਾਇਆ ਜਾਂਦਾ ਹੈ। ਮਾਨਸੇ ਦੀ ਜੇਲ੍ਹ ਦੇ ਵਿੱਚ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਇਸ ਦੇ ਸੀਨੇ ਦੇ ਵਿੱਚ ਦਰਦ ਉੱਠਿਆ, ਜਿਸ ਤੋਂ ਬਾਅਦ ਚੈਸਟ ਪੇਨ ਦੇ ਕਾਰਨ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਸ ਨੂੰ ਮ੍ਰਿਤ ਘੋਸ਼ਿਤ ਕਰਤਾ ਗਿਆ। ਹੁਣ ਮੁੱਦਾ ਇਹ ਖੜਾ ਹੋ ਰਿਹਾ ਕਿ ਨੈਚੁਰਲ ਮੌਤ ਸੀ, ਇਹ ਕੁਦਰਤੀ ਮੌਤ ਹੋ ਸਕਦੀ ਹੈ। ਹਾਲਾਂਕਿ ਐਗਜ਼ੈਕਟ ਕਾਰਨਾਂ ਦਾ ਅਜੇ ਤੱਕ ਵੇਰਵਾ ਸਾਹਮਣੇ ਨਹੀਂ ਆਇਆ ਹੈ, ਲੇਕਿਨ ਚੂੰਕਿ ਇਸ ਸ਼ਖਸ ਦੇ ਨਾਲ ਬਹੁਤ ਮਾਰਕੁੱਟ ਕੀਤੀ ਗਈ ਸੀ, ਪੋਸੀਬਲ ਹੈ ਕਿ ਇਹ ਆਪਣੀ ਕੁਦਰਤੀ ਕੁਝ ਅਜਿਹੀਆਂ ਗੁੱਝੀਆਂ ਸੱਟਾਂ ਹੁੰਦੀਆਂ ਨੇ ਜੋ ਕਿ ਮੌਕੇ ਤੇ ਪਤਾ ਨਹੀਂ ਲੱਗਦੀਆਂ, ਲੇਕਿਨ ਅੰਦਰ ਹੀ ਅੰਦਰ ਉਹਨਾਂ ਦਾ ਅਸਰ ਚੱਲਦਾ ਹੈ। ਸੋ ਪੋਸੀਬਲ ਹੈ ਕਿ ਇਹ ਕੁਦਰਤੀ ਮੌਤ ਵੀ ਹੋਵੇ, ਲੇਕਿਨ ਇਸ ਦੇ ਪਿੱਛੇ ਕੋਈ ਹੋਰ ਵੀ ਗੱਲਬਾਤ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਦੂਰ ਰੱਖਦਿਆਂ ਹੋਇਆਂ ਅਜਿਹੀ ਘਟਨਾ ਵਾਪਰੀ ਕਿਉਂ, ਇਸ ਤੇ ਵਾਪਰਨ ਤੋਂ ਬਾਅਦ ਜਿਹੜੇ ਬਿਆਨ ਆਏ ਅਲੱਗ-ਅਲੱਗ ਲੀਡਰਾਂ ਦੇ, ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਬਿਆਨ ਸੀ ਸਰਦਾਰ ਭਗਵੰਤ ਮਾਨ ਦਾ, ਉਹ ਖਾਸ ਤਵੱਜੋ ਇਸ ਵਾਸਤੇ ਮੰਗਦਾ ਹੈ ਕਿਉਂਕਿ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ, ਇਸ ਸ਼ਖਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਕੀ ਉਹ ਸਖਤ ਤੋਂ ਸਖਤ ਜਿਹੜੀ ਸਜ਼ਾ ਸੀ ਉਹ ਇਹੀ ਸੀ ਕਿ ਜੇਲ੍ਹ ਦੇ ਵਿੱਚ ਇਹ ਸ਼ਖਸ ਆਪਣੀ ਕੁਦਰਤੀ ਮੌਤ ਮਰ ਜਾਏ। ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸੀਆਂ ਸਰਕਾਰਾਂ ਦੇਖੀਆਂ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ 2022 ਦੀਆਂ ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਚਰਨਜੀਤ ਚੰਨੀ ਦੀ ਸਰਕਾਰ ਸੀ, ਉਸ ਵਕਤ ਤਕਰੀਬਨ 12-14 ਦਿਨਾਂ ਦੇ ਵਿੱਚ ਹੀ 3-4 ਵੱਡੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਸ ਵਕਤ ਵੀ ਬਹੁਤ ਗੱਲਾਂ ਬਾਤਾਂ ਉੱਭਰਦੀਆਂ ਸੀ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਇਆ ਕਰਦੇ ਸੀ, ਮਲੇਰਕੋਟਲਾ ਦੇ ਵਿੱਚ ਉਹਨਾਂ ਦੀ ਇੱਕ ਰੈਲੀ ਸੀ ਜਿਸ ਦੌਰਾਨ ਇਹਨਾਂ ਨੇ ਗੱਜ ਵੱਜ ਕੇ ਕਿਹਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਸਰੇਆਮ ਚੌਂਕ ਦੇ ਉੱਤੇ ਤੁਸੀਂ ਫਾਹਾ ਲਾ ਦਿਓ। ਅਜਿਹੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਇਹਨਾਂ ਲੀਡਰਾਂ ਵੱਲੋਂ, ਖਾਸ ਕਰਕੇ ਅਹੁਦੇਦਾਰਾਂ ਵੱਲੋਂ, ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਅਹੁਦੇ ਉੱਤੇ, ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠੇ ਲੀਡਰ ਜਦੋਂ ਬਿਆਨ ਦਿੰਦੇ ਨੇ, ਮੁੱਖ ਮੰਤਰੀ ਕਹਿੰਦਾ ਕਿ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ, ਪਾਰਟੀਆਂ ਦੇ ਪ੍ਰਧਾਨ ਇਹ ਕਹਿੰਦੇ ਨੇ, ਤੇ ਉਸ ਤੋਂ ਬਾਅਦ ਸੂਰਤ-ਏ-ਹਾਲ ਇਹ ਹੈ ਕਿ ਵਿਧਾਨ ਸਭਾਵਾਂ ਦੇ ਵਿੱਚ ਇਹਨਾਂ ਦੇ ਉਹ ਜਿਹੜੇ ਬਿੱਲ ਹੈਗੇ ਨੇ ਜੋ ਕਿ ਪੁਰਾਣੀਆਂ ਸਰਕਾਰਾਂ ਨੇ, ਕਈ ਸਰਕਾਰਾਂ ਨੇ ਬੈਕ ਟੂ ਬੈਕ, ਪ੍ਰਕਾਸ਼ ਸਿੰਘ ਬਾਦਲ ਦੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰਾਂ ਨੇ, ਉਹਨਾਂ ਦੇ ਵਕਤਾਂ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸਨ, ਰੁਕ ਨਹੀਂ ਰਹੀਆਂ ਸਨ। ਸੋ ਉਹਨਾਂ ਹੀ ਘਟਨਾਵਾਂ ਨੂੰ ਦੇਖਦੇ ਹੋਏ ਬਿੱਲ ਲਿਆਏ ਜਾਂਦੇ ਨੇ, ਉਹ ਬਿੱਲਾਂ ਨੂੰ ਪਾਸ ਵੀ ਕੀਤਾ ਜਾਂਦਾ ਹੈ, ਲੇਕਿਨ ਠੰਡੇ ਬਸਤੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੇਅਦਬੀ ਦੇ ਦੋਸ਼ੀ ਜਿਹੜੇ ਮੁਲਜ਼ਮ ਹੁੰਦੇ ਨੇ ਉਹਨਾਂ ਦੀਆਂ ਸਜ਼ਾਵਾਂ ਨੂੰ 3 ਸਾਲ ਤੋਂ ਵਧਾ ਕੇ 10 ਸਾਲ ਕਰਨ ਜਾਂ ਫਿਰ ਉਸ ਤੋਂ ਵੀ ਸਖਤ ਸਜ਼ਾਵਾਂ, ਉਮਰ ਕੈਦ ਜਾਂ ਫਿਰ ਸਖਤ ਸਜ਼ਾਵਾਂ ਕਰਨ ਦੇ ਮੁਤਲਕ ਜਿਹੜੇ ਖਰੜੇ ਨੇ ਉਹ ਠੰਡੇ ਬਸਤੇ ਦੇ ਵਿੱਚ ਇਹਨਾਂ ਹੀ ਸਰਕਾਰਾਂ, ਇਹਨਾਂ ਦੇ ਵਜ਼ੀਰਾਂ, ਇਹਨਾਂ ਦੇ ਮੰਤਰੀਆਂ, ਇਹਨਾਂ ਦੇ ਵਿਧਾਇਕਾਂ ਦੀ ਹਾਮੀ ਦਾ ਇੰਤਜ਼ਾਰ ਕਰ ਰਹੇ ਨੇ। ਕੀ ਕਾਰਨ ਹੈਗੇ ਨੇ ਕਿ ਵਿਧਾਨ ਸਭਾਵਾਂ ਦੇ ਵਿੱਚ ਇਹ ਮਤੇ, ਇਹ ਬਿੱਲ ਪਾਸ ਨਹੀਂ ਹੋ ਪਾ ਰਹੇ, ਕਾਨੂੰਨ ਨਹੀਂ ਬਣ ਪਾ ਰਹੇ। ਹੁਣ ਤੁਸੀਂ ਇਹ ਦੇਖੋ ਕਿ ਜਿੰਨੀ ਵੀ ਚਾਰਾਜ਼ੋਈ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ, ਪੁਰਜਵਾਰ ਸਿੰਘ ਵਾਲਾ, ਬਰਗਾੜੀ ਵਿਖੇ ਜਿਹੜੀਆਂ ਵੀ ਘਟਨਾਵਾਂ ਹੋਈਆਂ, ਉਸ ਤੋਂ ਬਾਅਦ ਚੌਂਕ ਦੇ ਵਿੱਚ ਗੋਲੀकांड ਹੋਇਆ, ਵੱਖਰੇ ਵਿਸ਼ੇ ਸੀ, ਲੇਕਿਨ ਜਿਹੜੀਆਂ ਸਪੈਸੀਫਿਕਲੀ ਸੈਕਰੀਲੀਜ ਦੀਆਂ ਘਟਨਾਵਾਂ ਸਨ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਕੁਝ ਕੇਸਾਂ ਦੇ ਵਿੱਚ, ਮੋਗੇ ਦੀ ਸਾੜ ਫੂਕ ਵਾਲਾ ਕੇਸ ਸੀ, ਉਸ ਦੇ ਵਿੱਚ ਸਜ਼ਾਵਾਂ ਵੀ ਹੋਈਆਂ, ਲੇਕਿਨ ਮਹਿਜ਼ 3-3 ਸਾਲ ਦੀਆਂ ਜੇਲ੍ਹਾਂ ਇਹਨਾਂ ਮੁਲਜ਼ਮਾਂ ਨੂੰ ਹੋਈਆਂ। ਤੇ ਇਹਨਾਂ ਉੱਤੇ ਰਾਮ ਰੌਲਾ ਕਿੱਡਾ ਲੰਬਾ ਚੌੜਾ ਚੱਲਿਆ, ਸਿਆਸੀ ਵਿਵਾਦ ਕਿੱਡੇ ਵੱਡੇ ਹੋਏ, ਵਿਧਾਨ ਸਭਾਵਾਂ ਦੇ ਵਿੱਚ ਕਿੰਨੇ ਮਹੀਨੇ, ਕਿੰਨੇ ਸਾਲ, 7-7 ਸਾਲ ਹੋ ਗਏ ਨੇ, 8-8 ਸਾਲ। ਅੱਜ ਇਹਨਾਂ ਵਿਸ਼ਿਆਂ ਦੇ ਉੱਤੇ ਰਾਜਨੀਤੀ ਤੇ ਸਿਆਸਤ ਖਤਮ ਨਹੀਂ ਹੋ ਰਹੀ ਹੈ, ਲੇਕਿਨ ਜਿੱਥੇ ਇਹਨਾਂ ਮੁਲਜ਼ਮਾਂ ਦੀਆਂ ਸਜ਼ਾਵਾਂ ਨੂੰ 3 ਸਾਲ ਤੋਂ ਵਧਾ ਕੇ 10 ਸਾਲ ਜਾਂ ਇਸ ਤੋਂ ਉੱਤੇ ਕਰਨ ਦੀ ਗੱਲਬਾਤ ਆਈ, ਸਿਆਸੀ ਪਾਰਟੀਆਂ ਦੀ ਹਾਮੀ ਦੇ ਬਾਵਜੂਦ ਵੀ ਵਿਧਾਨ ਸਭਾ ਦੇ ਵਿੱਚ ਠੰਡੇ ਬਸਤੇ ਦੇ ਵਿੱਚ ਇਹ ਪੂਰੇ ਦੇ ਪੂਰੇ ਖਰੜੇ ਤੇ ਬਿੱਲ ਅੱਜ ਪਏ ਨੇ। ਹੁਣ ਇੱਥੇ ਇੱਕ ਬਹੁਤ ਹੀ ਲੌਜੀਕਲ ਤੇ ਨੈਚੁਰਲ ਸਵਾਲ ਜ਼ਰੂਰ ਉੱਠਦਾ ਹੈ ਤੇ ਉੱਭਰਨਾ ਵੀ ਚਾਹੀਦਾ ਹੈ ਕਿ ਇਸ ਦੇ ਵਿੱਚ ਕਿੰਤੂ ਪਰੰਤੂ ਕਾਹਦਾ ਹੈ। ਅਜਿਹੇ ਬੇਅਦਬੀ ਦੇ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਦਾ ਸੌਦਾ ਜਾਂ ਉਹਨਾਂ ਨੂੰ ਤਾਂ ਇਸੇ ਤਰੀਕੇ ਦੇ ਨਾਲ ਭੀੜ ਮੌਤ ਦੇ ਘਾਟ ਉਤਾਰ ਦੇਵੇ ਤਾਂ ਜ਼ਿਆਦਾ ਬੈਟਰ ਹੈ। ਹਾਲਾਂਕਿ ਇਸ ਕੇਸ ਦੇ ਵਿੱਚ ਤਾਂ ਇੱਕ ਨੈਚੁਰਲ ਘਟਨਾ ਸੀ, ਨੈਚੁਰਲ ਇਸ ਸ਼ਖਸ ਜਸਬੀਰ ਸਿੰਘ ਦੀ ਮੌਤ ਹੋਈ, ਲੇਕਿਨ ਸਵਾਲ ਇਹ ਖੜਾ ਹੁੰਦਾ ਕਿ ਕੀ ਆਪਾਂ ਇੱਕ ਲੋਕਤੰਤਰ ਵਿੱਚ ਵਿਚਰ ਰਹੇ ਹਾਂ ਜਾਂ ਭੀੜਤੰਤਰ ਵਿੱਚ। ਤੇ ਭੀੜਤੰਤਰ ਤੇ ਲੋਕਤੰਤਰ ਤੋਂ ਵੀ ਅੱਗੇ ਜਾ ਕੇ ਗੱਲਬਾਤ ਉਸ ਵਕਤ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਕਿ ਬੇਅਦਬੀ ਦੇ ਮੁਲਜ਼ਮਾਂ ਦਾ ਜਿਹੜਾ ਇਨਸਾਫ ਹੈ ਉਹ ਸੜਕਾਂ ਦੇ ਉੱਤੇ ਜਾਂ ਜੇਲ੍ਹਾਂ ਦੇ ਵਿੱਚ ਗੈਂਗਸਟਰ ਕਰ ਰਹੇ ਨੇ। ਤੁਸੀਂ ਯਕੀਨ ਮੰਨੋਗੇ ਕਿ ਤੀਸਰਾ ਇਹ ਅਜਿਹਾ ਮੁਲਜ਼ਮ ਹੈ ਜਿਸ ਦੀ ਮੌਤ ਡਿਊਰਿੰਗ ਹਿਸ ਟ੍ਰਾਇਲ, ਯਾਨੀ ਕਿ ਬਤੌਰ ਅੰਡਰ ਟ੍ਰਾਇਲ
ਉਸ ਵਕਤ ਜਦੋਂ ਕਿ ਇਹ ਜੇਲ੍ਹ ਦੇ ਵਿੱਚ ਸੀ ਜਾਂ ਨਿਆਇਕ ਹਿਰਾਸਤ ਦੇ ਵਿੱਚ ਸੀ ਉਸ ਵਕਤ ਹੋਈ ਹੈ। ਇਸ ਤੋਂ ਪਹਿਲਾਂ 2 ਹੋਰ ਅਜਿਹੇ ਬੇਅਦਬੀ ਦੇ ਮੁਲਜ਼ਮ ਜਿਨ੍ਹਾਂ ਵਿੱਚੋਂ ਪਹਿਲਾ ਵੱਡਾ ਕੇਸ ਸੀ ਮਹਿੰਦਰਪਾਲ ਬਿੱਟੂ ਦਾ, ਜਿਸ ਨੂੰ 2019 ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਸੀ। ਨਾਭੇ ਦੀ ਜੇਲ੍ਹ ਦੇ ਵਿੱਚ ਉਸ ਨੂੰ ਗੈਂਗਸਟਰਾਂ ਵੱਲੋਂ ਸੁਖਪ੍ਰੀਤ ਬੁੱਢਾ ਜਿਹੜਾ ਇੱਕ ਬੰਬੀਹਾ ਗੈਂਗ ਦਾ ਗੈਂਗਸਟਰ ਹੈ, ਉਸਨੇ ਵਿਦੇਸ਼ ਵਿੱਚ ਬੈਠ ਕੇ, ਉਸ ਵਕਤ ਉਹ ਗ੍ਰਿਫਤਾਰ ਨਹੀਂ ਸੀ ਹੋਇਆ, ਉਸਨੇ ਵਿਦੇਸ਼ ਵਿੱਚ ਬੈਠ ਕੇ ਕੁਝ ਲੋਕਾਂ ਨੂੰ ਇਸ ਸ਼ਖਸ ਮਹਿੰਦਰਪਾਲ ਬਿੱਟੂ ਜੋ ਕਿ ਇੱਕ ਮੇਨ ਸੂਤਰਧਾਰ ਮੰਨਿਆ ਜਾਂਦਾ ਸੀ ਤੇ ਇਸ ਦੇ ਜ਼ਰੀਏ ਹੀ ਗੁਰਜਵਾਰ ਸਿੰਘ ਵਾਲਾ ਤੇ ਬਰਗਾੜੀ ਦੀ ਬੇਅਦਬੀ ਦੀਆਂ ਜਿਹੜੇ ਘਟਨਾਵਾਂ ਦੀ ਕੜੀ ਉਤਲੇ ਇਹਨਾਂ ਦੇ ਜਿਹੜੇ ਆਕਾ ਸੀ ਉਹਨਾਂ ਦੇ ਨਾਲ ਜੁੜਨੀ ਸੀ ਜਾਂ ਜੁੜਦੀ ਸੀ, ਲੇਕਿਨ ਇਸ ਨੂੰ ਮਾਰ ਕੇ ਉਸ ਪੂਰੀ ਦੀ ਪੂਰੀ ਕੜੀ ਨੂੰ ਤੋੜਤਾ ਗਿਆ। ਹਾਲਾਂਕਿ ਜਿਹੜਾ ਬਦਲਾ ਲੈਣ ਵਾਲੇ ਸੀ ਜਾਂ ਜਿਹੜੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਲੋਕ ਸੀ, ਕ੍ਰਿਮੀਨਲ ਸੀ, ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨਾਂ ਦਾ ਮਕਸਦ ਇਹ ਸੀ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਉਂਕਿ ਕਿਤੇ ਨਾ ਕਿਤੇ ਭਰੋਸਾ ਸਰਕਾਰਾਂ 'ਚੋਂ ਉੱਠ ਚੁੱਕਾ ਹੈ। ਸਰਕਾਰ, ਉਸਦਾ ਸਿਸਟਮ, ਉਸਦਾ ਤੰਤਰ, ਕਾਨੂੰਨ ਦੀ ਇਹ ਵਿਵਸਥਾ, ਸਾਡੀ ਨਿਆਂ ਪ੍ਰਣਾਲੀ ਉਹਨਾਂ ਨੂੰ ਯਾਨੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਪਾ ਰਹੀ। ਇਹੀ ਕਾਰਨ ਹੈ ਕਿ ਗੈਂਗਸਟਰਾਂ ਨੂੰ ਆਪਣੇ ਹੱਥ ਵਿੱਚ ਕਾਨੂੰਨ ਲੈਣਾ ਪਿਆ। ਉਸ ਤੋਂ ਬਾਅਦ ਕੁਝ ਹੀ ਮਹੀਨੇ ਪਹਿਲਾਂ ਦੀ ਜਿਹੜੀ ਘਟਨਾ ਹੈ, ਕੋਟਕਪੂਰੇ ਵਿਖੇ ਪ੍ਰਦੀਪ ਕਟਾਰੀਆ ਦਾ ਕਤਲ ਕੀਤਾ ਜਾਂਦਾ। ਉਸੇ ਕੇਸ ਦੇ ਵਿੱਚ ਬੇਅਦਬੀ ਦੀ ਗੁਰਜਵਾਰ ਸਿੰਘ ਵਾਲਾ ਬਰਗਾੜੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ 2015 ਦੀਆਂ, ਉਸੇ ਕੇਸ ਦੇ ਵਿੱਚ ਉਹ ਇਸ ਬੇਲ ਦੇ ਉੱਤੇ ਬਾਹਰ ਸੀ, ਉਸ ਨੂੰ ਆਪਣੀ ਉਸਦੀ ਦੁਕਾਨ ਦੇ ਬਾਹਰ ਆ ਕੇ ਗੋਲਡੀ ਬਰਾੜ ਦੇ ਜਿਹੜੇ ਗੈਂਗਸਟਰ ਨੇ ਗੋਲੀਆਂ ਦੇ ਨਾਲ ਭੁੰਨ ਦਿੰਦੇ ਹੈਗੇ ਨੇ। ਸੋ ਸੜਕਾਂ ਦੇ ਉੱਤੇ ਗੈਂਗਸਟਰ ਅੱਜ ਬੇਅਦਬੀਆਂ ਦਾ ਇਨਸਾਫ ਆਮ ਲੋਕਾਂ ਨੂੰ ਦਿਵਾਉਂਦੇ ਫਿਰ ਰਹੇ ਨੇ। ਇਸ ਦਾ ਮਤਲਬ ਆਪਾਂ ਕੀ ਇਹ ਮੰਨ ਲਈਏ ਸਰਕਾਰਾਂ ਕੀ ਉਹ ਇਨਸਾਫ ਦਿਵਾਉਣ ਦੇ ਵਿੱਚ ਅਸਮਰੱਥ ਨੇ? ਕਿ ਜੇਲ੍ਹਾਂ ਦੇ ਵਿੱਚ ਬੇਅਦਬੀ ਦੇ ਮੁਲਜ਼ਮਾਂ ਨੂੰ ਜੇ ਮਾਰਤਾ ਜਾਂਦਾ ਜਾਂ ਉਹਨਾਂ ਦੀ ਆਪਣੀ ਕੁਦਰਤੀ ਮੌਤ ਹੋ ਜਾਂਦੀ ਹੈ, ਕੀ ਉਸ ਨੂੰ ਇਨਸਾਫ ਮੰਨਿਆ ਜਾ ਸਕਦਾ ਹੈ? ਤੇ ਇਹ ਜਿਹੜਾ ਨਿਜ਼ਾਮ, ਹੁਕਮਰਾਨ ਸਰਕਾਰਾਂ ਬੈਠੀਆਂ ਨੇ, ਵਿਧਾਇਕ ਚੁਣੇ ਗਏ ਹੈਗੇ ਨੇ, ਗਿਣਤੀ ਮਿਣਤੀਆਂ ਲਈ 92 ਵਿਧਾਇਕਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੱਦਿਆ ਗਿਆ ਸੀ ਤੇ ਰਾਜਪਾਲ ਨੇ ਸਵਾਲ ਚੁੱਕੇ ਸੀ। ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਕਿ ਮੇਰੇ ਇਸੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਮੈਂ ਉਸ ਵਕਤ ਵੀ ਰਿਪੋਰਟ ਬਣਾਈ ਸੀ ਤੇ ਉਸ ਤੋਂ ਪਹਿਲਾਂ ਮੈਨੂੰ 3 ਰਿਪੋਰਟਾਂ ਸਪੈਸੀਫਿਕਲੀ ਯਾਦ ਨੇ ਜਿਸ ਦੌਰਾਨ ਮੈਂ ਸਰਕਾਰਾਂ ਨੂੰ ਇਹ ਚੀਜ਼ ਚੇਤੇ ਕਰਾਈ ਸੀ ਕਿ ਤੁਸੀਂ ਬੇਅਦਬੀਆਂ ਦੇ ਸੰਦਰਭ ਦੇ ਵਿੱਚ ਜਿਹੜਾ ਆਰਟੀਕਲ 295 ਸੈਕਸ਼ਨ 295 ਹੈ ਆਈਪੀਸੀ ਦਾ, ਸਿੱਧੂ ਮੂਸੇਵਾਲਾ ਦਾ ਗੀਤ ਵੀ ਉਸ ਉੱਤੇ ਬਣਿਆ ਹੈ, 295 ਉਹੀ ਜਿਹੜਾ ਸੈਕਸ਼ਨ ਹੈ ਉਸ ਨੂੰ ਹੋਰ ਸਖਤ ਕਰਦਿਆਂ ਹੋਇਆ 295AA ਇੱਕ ਅਜਿਹਾ ਸੈਕਸ਼ਨ ਸੀ ਜਿਸ ਦੀ ਤਜਵੀਜ਼ ਤੇ ਜਿਸ ਦਾ ਮਤਾ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਨਹੀਂ ਬਲਕਿ 2-2 ਵਾਰ ਬਿੱਲਾਂ ਦੀ ਸ਼ਕਲ ਦੇ ਵਿੱਚ ਲਿਆਂਦਾ ਗਿਆ। ਖਰੜਾ ਇਸ ਦੇ ਵਿੱਚ ਇਹ ਸੀ ਕਿ ਬੇਅਦਬੀ ਕਰਨ ਵਾਲੇ ਸ਼ਖਸ ਦੀ ਜਿਹੜੀ ਸਜ਼ਾ ਹੈ ਉਹ ਇਸ ਵਕਤ 3 ਸਾਲ ਹੈ, ਮੈਕਸਿਮਮ ਉਸ ਨੂੰ 3 ਸਾਲ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਹ ਜਿੰਨੀ ਵੀ ਨੂਰਾ ਕੁਸ਼ਤੀ ਹੋ ਰਹੀ ਹੈ, ਤਕਰੀਬਨ 10 ਸਿੱਟਾਂ ਬਣ ਚੁੱਕੀਆਂ ਨੇ ਪੰਜਾਬ ਪੁਲਿਸ ਦੀਆਂ, ਜਿਨ੍ਹਾਂ ਦੇ ਅਹੁਦੇਦਾਰ ਡੀਜੀਪੀ ਤੋਂ ਲੈ ਕੇ ਏਡੀਜੀਪੀ ਤੋਂ ਲੈ ਕੇ ਆਈਜੀ ਪੱਧਰ ਦੇ ਅਫਸਰ ਹੈਗੇ ਨੇ। ਸੋ ਐਡੇ ਵੱਡੇ ਅਫਸਰਾਂ ਨੂੰ ਲਾ ਕੇ ਤੁਸੀਂ ਇੰਨੇ ਸਾਲ ਇਹ ਨੂਰਾ ਕੁਸ਼ਤੀ ਕੀਤੀ ਹੈ। ਅਦਾਲਤਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਤੁਸੀਂ ਗਰਕ ਕਰਤੇ ਨੇ ਸਿਰਫ 3 ਸਾਲ ਦੀ ਸਜ਼ਾ ਇਹਨਾਂ ਮੁਲਜ਼ਮਾਂ ਨੂੰ ਦਿਵਾਉਣ ਲਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ ਨੇ। ਸੋ ਅੱਜ ਜੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਵੀ ਜਾਂਦੀਆਂ ਨੇ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਜਿੰਨੇ ਵੀ ਮੁਲਜ਼ਮ ਹੈਗੇ ਨੇ ਇਹ ਜੇਲ੍ਹਾਂ ਤੋਂ ਬਾਹਰ ਹੋਣਗੇ, ਕਿਉਂਕਿ ਅਦਾਲਤੀ ਸਜ਼ਾਵਾਂ ਦੇ ਮੁਤਾਬਕ ਇਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ। ਸੋ ਆਪਾਂ ਕਿਹੜੀ ਸਜ਼ਾ ਤੇ ਕਿਹੜੇ ਇਨਸਾਫ ਦੀ ਗੱਲ ਕਰਦੇ ਪਏ ਹਾਂ? 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਜੇ ਕਾਫੀ ਨਹੀਂ ਸੀ ਸਰਕਾਰਾਂ ਨੂੰ ਜਾਂ ਸਾਡੇ ਸਿਸਟਮ ਨੂੰ ਇਹ ਸਮਝਾਉਣ ਲਈ ਕਿ ਤੁਹਾਨੂੰ ਸਜ਼ਾਵਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈ, ਤਾਂ ਫਿਰ ਹੋਰ ਕੀ ਚੀਜ਼ ਇਹਨਾਂ ਨੂੰ ਚਾਹੀਦੀ ਹੈ? ਸੋ ਸਵਾਲ ਇਹ ਖੜਾ ਹੋ ਰਿਹਾ ਕਿ ਠੰਡੇ ਬਸਤੇ ਵਿੱਚ ਪਏ ਉਹ ਜਿਹੜੇ ਕਾਨੂੰਨ ਹੈਗੇ ਨੇ 295AA ਦਾ ਪ੍ਰਪੋਜ਼ਡ ਸੈਕਸ਼ਨ, ਪ੍ਰਸਤਾਵਿਤ ਜਿਹੜਾ ਇੱਕ ਮੱਦ ਹੈਗੀ ਹੈ, ਉਸ ਨੂੰ ਪੰਜਾਬ ਵਿਧਾਨ ਸਭਾ ਕਦੋਂ ਪਾਸ ਕਰੇਗੀ? ਆਪਣੀ ਗਿਣਤੀਆਂ ਮਿਣਤੀਆਂ ਦੇ ਸੈਸ਼ਨ ਬੁਲਾਉਣ ਦੀ ਬਜਾਏ ਜੇ ਭਗਵੰਤ ਮਾਨ ਦੀ ਸਰਕਾਰ ਨੇ ਥੋੜੀ ਜਿਹੀ ਵੀ ਸੁਹਿਰਦਤਾ ਦਿਖਾਈ ਹੁੰਦੀ ਬੇਅਦਬੀ ਦੇ ਕੇਸਾਂ ਦੇ ਪ੍ਰਤੀ, ਠੀਕ ਹੈ ਤੁਸੀਂ 2015 ਦੇ ਪੁਰਾਣੇ ਕੇਸ ਹੈਗੇ ਨੇ, ਉਸ ਤੋਂ ਬਾਅਦ ਵੀ 5-5 ਸਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ, ਚਰਨਜੀਤ ਚੰਨੀ ਦੀਆਂ ਸਰਕਾਰਾਂ ਰਹਿ ਲਈਆਂ, ਉਹਨਾਂ ਨੇ ਸਜ਼ਾਵਾਂ ਨਹੀਂ ਦਵਾਈਆਂ ਜਾਂ ਉਹ ਕਿਸੇ ਸਿੱਟੇ ਤੱਕ ਨਹੀਂ ਪਹੁੰਚਾ ਪਾਏ ਇਹਨਾਂ ਕੇਸਾਂ ਨੂੰ। ਇਸ ਚੀਜ਼ ਨੂੰ ਮੰਨਿਆ ਜਾ ਸਕਦਾ ਤੁਹਾਡੀ ਸਰਕਾਰਾਂ ਦੇ, ਤੁਹਾਡੇ ਪਾਰਟੀਆਂ ਦੇ ਕੋਈ ਕਸੂਰ ਨਹੀਂ ਹੈਗੇ ਨੇ, ਲੇਕਿਨ ਤੁਸੀਂ ਘੱਟੋ ਘੱਟ ਆਪਣੇ ਹੱਥ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤਾਂ ਕਰੋ। 1 ਸਾਲ ਪੂਰਾ ਹੋਣ ਨੂੰ ਆ ਚੁੱਕਾ ਹੈ ਸਰਕਾਰ ਦੇ ਤੇ ਮੈਂ ਤਕਰੀਬਨ 2 ਜਾਂ 3 ਰਿਪੋਰਟਾਂ ਬਣਾਈਆਂ ਜਦੋਂ ਸਰਕਾਰ ਬਣਦੀ ਹੈ। ਉਸ ਵਕਤ ਵੀ ਮੈਂ ਦੱਸਿਆ ਸੀ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਹੜੇ ਇੰਪੋਰਟੈਂਟ ਮਤੇ ਠੰਡੇ ਬਸਤਿਆਂ ਦੇ ਵਿੱਚ ਪਏ ਹੈਗੇ ਨੇ, ਕੋਈ ਪ੍ਰਾਈਵੇਟ ਮੈਂਬਰਸ ਬਿੱਲ ਹੈਗੇ ਨੇ। ਇਹ ਜਿਹੜਾ 295AA ਦਾ ਸੈਕਸ਼ਨ, ਇਸ ਨੂੰ ਇਸ ਦੇ ਤਹਿਤ ਸਜ਼ਾਵਾਂ ਨੂੰ ਹੋਰ ਸਖਤ ਕਰਨ ਦਾ, ਬੇਅਦਬੀ ਕਿਸੇ ਵੀ ਧਾਰਮਿਕ ਗ੍ਰੰਥ ਦੀ, ਕਿਸੇ ਵੀ ਧਾਰਮਿਕ ਪੁਸਤਕ ਦੀ ਜੇ ਬੇਅਦਬੀ ਹੁੰਦੀ ਹੈ, ਕਿਸੇ ਵੀ ਧਾਰਮਿਕ ਥਾਂ ਉੱਤੇ ਬੇਅਦਬੀ ਹੁੰਦੀ ਹੈ, ਉਹਦੀ ਸਜ਼ਾ ਸਿਰਫ 3 ਸਾਲ ਨਹੀਂ ਹੋਏਗੀ ਬਲਕਿ 10 ਸਾਲ ਤੇ 10 ਸਾਲ ਤੋਂ ਵੱਧ ਵੀ ਹੋ ਸਕਦੀ ਹੈ। ਇਹ ਜਿਹੜੇ ਮਤੇ ਹੈਗੇ ਨੇ ਇਹਨਾਂ ਨੂੰ ਕਿਹਨੇ ਪਾਸ ਕਰਨਾ? ਜੇ ਸਰਕਾਰਾਂ ਨਹੀਂ ਇਸ ਵੱਲ ਧਿਆਨ ਦੇਣਗੀਆਂ ਤਾਂ ਫਿਰ ਹੋਰ ਇਸ ਵੱਲ ਧਿਆਨ ਕੌਣ ਦੇਵੇਗਾ? ਹੁਣ ਇੱਥੇ ਆਪਾਂ ਥੋੜਾ ਜਿਹਾ ਪਰਸਪੈਕਟਿਵ ਬਿਲਡ ਜ਼ਰੂਰ ਕਰੀਏ, ਜੋ ਕਿ ਮੈਂ ਆਪਣੀ ਪਹਿਲੀਆਂ ਰਿਪੋਰਟਾਂ ਦੇ ਵਿੱਚ ਵੀ ਬਿਲਡ ਕੀਤਾ ਸੀ ਤੇ ਮੈਂ ਡਿਸਕ੍ਰਿਪਸ਼ਨ ਤੇ ਸਜੈਸਟਡ ਵੀਡੀਓ ਦੇ ਲਿੰਕ ਵਿੱਚ ਉਸ ਵੀਡੀਓ ਨੂੰ ਜ਼ਰੂਰ ਦੱਸਾਂਗਾ। ਤਕਰੀਬਨ 100 ਸਾਲ ਪੁਰਾਣਾ ਇਤਿਹਾਸ ਹੈ ਸੈਕਸ਼ਨ 295 ਦਾ ਆਈਪੀਸੀ ਦਾ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜਿਹੜਾ ਇਹ ਪੂਰਾ ਦਾ ਪੂਰਾ ਕਨਸੈਪਟ ਹੈ 1927 ਤੋਂ ਬਾਅਦ ਪਿਕਚਰ ਦੇ ਵਿੱਚ 1924, 26, 27 ਦੀਆਂ ਘਟਨਾਵਾਂ ਸਨ,
ਉਸ ਵਕਤ ਜਦੋਂ ਕਿ ਪਾਕਿਸਤਾਨ ਦੇ ਬਣਨ ਤੋਂ ਪਹਿਲਾਂ ਮੁਸਲਿਮ ਲੀਗ ਦਾ ਉਭਾਰ ਹੋ ਰਿਹਾ ਸੀ। ਉਹ ਜਿਹਾ ਇੱਕ ਦੌਰ ਸੀ ਜਦੋਂ ਕਿ ਅਜਿਹੀਆਂ ਕੁਝ ਘਟਨਾਵਾਂ ਹੁੰਦੀਆਂ ਨੇ। ਰੰਗੀਲਾ ਰਸੂਲ ਨਾਂ ਦੀ ਇੱਕ ਕਿਤਾਬ ਸੀ ਜਿਸ ਦਾ ਪ੍ਰਕਾਸ਼ਨ ਕੀਤਾ ਗਿਆ ਸੀ ਮਹਾਸ਼ੇ ਰਾਜਪਾਲ ਵੱਲੋਂ, ਜੋ ਕਿ ਇੱਕ ਹਿੰਦੂ ਖੱਤਰੀ ਸਨ। ਇਸ ਰੰਗੀਲਾ ਰਸੂਲ ਕਿਤਾਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਕੁਝ ਅਜਿਹੀਆਂ ਆਪੱਤੀਜਨਕ ਗੱਲਾਂ ਬਾਤਾਂ ਮਖੌਲੀ ਅੰਦਾਜ਼ ਦੇ ਵਿੱਚ ਕੀਤੀਆਂ ਗਈਆਂ ਸੀ ਉਹਨਾਂ ਦੀ ਘਰੇਲੂ ਜ਼ਿੰਦਗੀ ਨੂੰ ਲੈ ਕੇ। ਕਿਤਾਬ ਰੰਗੀਲਾ ਰਸੂਲ ਉੱਤੇ ਇੱਕ ਬਹੁਤ ਭਾਰੀ ਵਿਵਾਦ ਉਹਨਾਂ ਦਿਨਾਂ ਦੇ ਵਿੱਚ ਖੜਾ ਹੋ ਗਿਆ, ਲੇਕਿਨ ਇਸ ਕਿਤਾਬ ਨੂੰ ਵਾਪਸ ਨਹੀਂ ਲਿਆ ਗਿਆ। ਉਸ ਵਕਤ ਦੀ ਸਰਕਾਰ ਵੱਲੋਂ ਮੁਕੱਦਮੇ ਵੀ ਅਦਾਲਤ ਦੇ ਵਿੱਚ ਇਸ ਕਿਤਾਬ ਤੇ ਉਸਦੇ ਪ੍ਰਕਾਸ਼ਕ ਦੇ ਖਿਲਾਫ ਚਲਾਏ ਗਏ। ਮਹਾਸ਼ੇ ਰਾਜਪਾਲ ਉਹਨਾਂ ਕੇਸਾਂ ਦੇ ਵਿੱਚ ਬਰੀ ਹੋਣ ਦੇ ਵਿੱਚ ਕਾਮਯਾਬ ਹੁੰਦੇ ਨੇ, ਕਿਉਂਕਿ ਉਸ ਸਮੇਂ ਤੱਕ ਸੈਕਸ਼ਨ 153A ਜਿਸ ਦਾ ਅੱਜ ਵੀ ਪ੍ਰਯੋਗ ਕੀਤਾ ਜਾਂਦਾ ਹੈ, ਯਾਨੀ ਕਿ ਦੋ ਕਮਿਊਨਿਟੀਜ਼ ਦੇ ਵਿੱਚ ਆਪਸ ਦੇ ਵਿੱਚ ਨਫ਼ਰਤ ਤੇ ਕੁੜੱਤਣ ਤਣਾਅ ਪੈਦਾ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਕਿਸੇ ਦੋਸ਼ੀ ਦੇ ਖਿਲਾਫ ਜਾਂ ਮੁਲਜ਼ਮ ਦੇ ਖਿਲਾਫ ਉਹ ਸੈਕਸ਼ਨ 153A ਲਾਇਆ ਜਾਂਦਾ ਹੈ। ਸੋ ਉਸ ਸੈਕਸ਼ਨ ਨੂੰ ਨਾਕਾਫੀ ਪਾਇਆ ਗਿਆ ਤੇ ਅਦਾਲਤਾਂ ਨੇ ਮਹਾਸ਼ੇ ਰਾਜਪਾਲ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਸ ਬਹੁਤ ਹੀ ਸੈਂਸਿਟਿਵ ਕੇਸ ਦੇ ਵਿੱਚ ਬਰੀ ਕਰਤਾ। ਮਹਾਸ਼ੇ ਰਾਜਪਾਲ ਦੇ ਉੱਤੇ ਦੋ ਅਜਿਹੇ ਹਮਲੇ ਹੋਏ ਜਿਸ ਵਿੱਚ ਕਿ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਵਿੱਚੋਂ ਇੱਕ ਹਮਲਾ ਉਹਨਾਂ ਦੇ ਆਪਣੇ ਉੱਤੇ ਹੋਇਆ ਤੇ ਇੱਕ ਹਮਲਾ ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਸੀ ਜਿਸ ਵਿੱਚ ਕਿ ਮਹਾਸ਼ੇ ਰਾਜਪਾਲ ਸਮਝ ਕੇ ਕਿਸੇ ਹੋਰ ਸ਼ਖਸ ਉੱਤੇ ਹਮਲਾ ਕੀਤਾ ਗਿਆ। ਲੇਕਿਨ ਤੀਸਰਾ ਜਿਹੜਾ ਹਮਲਾ ਸੀ ਉਹ ਇਲਮਦੀਨ ਨਾਂ ਦਾ ਇੱਕ ਅਜਿਹਾ ਤਰਖਾਂਡ ਸੀ ਜੋ ਕਿ ਇੱਕ ਦਿਨ ਮਸਜਿਦ ਤੋਂ ਬਾਹਰ ਨਿਕਲਦਿਆਂ ਹੋਇਆ ਉਸਨੇ ਇੱਕ ਇਕੱਠ ਦੀ ਗੱਲਬਾਤ ਸੁਣੀ, ਸੰਬੋਧਨ ਸੁਣਿਆ, ਜਿਸ ਵਿੱਚ ਕਿ ਰੰਗੀਲਾ ਰਸੂਲ ਦੇ ਕਿਤਾਬ ਦੇ ਵਿੱਚ ਜਿਹੜੇ ਵਿਵਾਦਿਤ ਬਿਆਨ ਜਾਂ ਗੱਲਾਂ ਬਾਤਾਂ ਲਿਖੀਆਂ ਗਈਆਂ ਨੇ ਉਸਨਾਂ ਨੂੰ ਸੁਣ ਕੇ ਉਹ ਇੰਨਾ ਉਤੇਜਿਤ ਹੋਇਆ ਕਿ ਉਸਨੇ ਇੱਕ ਛੁਰਾ ਲਿਆ ਤੇ ਉਹ ਛੁਰਾ ਲੈ ਕੇ ਉਹ ਮਹਾਸ਼ੇ ਰਾਜਪਾਲ ਦੇ ਘਰੇ ਜਾਂਦਾ ਤੇ ਉੱਥੇ ਮਹਾਸ਼ੇ ਰਾਜਪਾਲ ਨੂੰ ਛੁਰੇ ਦੇ ਨਾਲ ਕਈ ਵਾਰ ਕਰਕੇ ਕਤਲ ਕਰ ਦਿੰਦਾ ਹੈ। ਸੋ ਇਸ ਮੁਕੱਦਮੇ ਦੇ ਵਿੱਚ ਹੁਣ ਕਿਉਂਕਿ ਮਹਾਸ਼ੇ ਰਾਜਪਾਲ ਪਹਿਲਾਂ ਅਦਾਲਤ ਵੱਲੋਂ ਬਰੀ ਕਰਤੇ ਗਏ ਸੀਗੇ, ਸੋ ਉਸ ਤੋਂ ਬਾਅਦ ਇਲਮਦੀਨ ਉੱਤੇ ਮੁਕੱਦਮਾ ਚੱਲਿਆ ਤੇ ਇਲਮਦੀਨ ਦਾ ਜਿਹੜਾ ਮੁਕੱਦਮਾ ਸੀ ਉਹ ਕਿਸੇ ਹੋਰ ਨੇ ਨਹੀਂ ਬਲਕਿ ਮੁਹੰਮਦ ਅਲੀ ਜਿੰਨਾ ਵੱਲੋਂ ਖੁਦ ਲੜਿਆ ਗਿਆ। ਸੋ ਉਸ ਮੁਕੱਦਮੇ ਦੇ ਵਿੱਚ ਮੁਹੰਮਦ ਅਲੀ ਜਿੰਨਾ ਜਿਹੜੇ ਸੀ ਉਹ ਹਾਰ ਜਾਂਦੇ ਨੇ ਤੇ ਦੱਸਿਆ ਜਾਂਦਾ ਕਿ ਮੁਹੰਮਦ ਅਲੀ ਜਿੰਨਾ ਦੀ ਜ਼ਿੰਦਗੀ ਦਾ ਇਹ ਵਾਹਦ ਅਜਿਹਾ ਮੁਕੱਦਮਾ ਸੀ ਜਿਸ ਵਿੱਚ ਕਿ ਉਹਨਾਂ ਦੀ ਸ਼ਿਕਸਤ ਜਾਂ ਉਹਨਾਂ ਦੀ ਹਾਰ ਹੋਈ, ਕਿਉਂਕਿ ਬਹੁਤ ਹੀ ਅੱਛੇ ਉਹਨਾਂ ਨੂੰ ਵਕੀਲ ਸਮਝਿਆ ਜਾਂਦਾ ਸੀ, ਮੰਨਿਆ ਜਾਂਦਾ ਸੀ। ਮਹਾਸ਼ੇ ਰਾਜਪਾਲ ਦਾ ਕਤਲ ਅਤੇ ਇਲਮਦੀਨ ਨੂੰ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ, ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਕਈ ਮਹੀਨੇ ਤੇ ਸ਼ਾਇਦ ਕਈ ਸਾਲਾਂ ਦਾ ਮੰਥਨ, ਜਿਸ ਤੋਂ ਬਾਅਦ ਕਿ 1929 ਤੋਂ ਬਾਅਦ ਸੈਕਸ਼ਨ 295A ਜਿਹੜਾ ਸੀ ਉਹ ਹੋਂਦ ਵਿੱਚ ਆਉਂਦਾ ਹੈ, ਯਾਨੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜਿਹੜਾ ਅਸਲ ਦਾ ਸੈਕਸ਼ਨ ਹੈ 295A ਇਹ ਤਕਰੀਬਨ 100 ਸਾਲ ਪੁਰਾਣਾ ਹੈ। ਅਜਿਹੇ ਤਣਾਅ ਕੁੜੱਤਣ ਦੇ ਵਿੱਚੋਂ ਨਿਕਲਿਆ ਸੈਕਸ਼ਨ 295A ਤੇ ਤਕਰੀਬਨ 100 ਸਾਲ ਬਾਅਦ 295AA ਦਾ ਸੈਕਸ਼ਨ, ਜੋ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਠੰਡੇ ਬਸਤੇ ਵਿੱਚ ਪਿਆ ਹੈ। ਇਸ ਨੂੰ ਉਸ ਠੰਡੇ ਬਸਤੇ ਵਿੱਚੋਂ ਕੱਢ ਕੇ ਕਾਨੂੰਨ ਕਿਸਨੇ ਬਣਾਉਣਾ ਹੈ? ਜੇ ਸਰਕਾਰਾਂ ਦਾ ਇਹ ਕੰਮ ਨਹੀਂ ਹੈ ਤੇ ਸਾਡੇ ਵਰਗੇ ਪੱਤਰਕਾਰਾਂ ਦਾ ਇਹ ਕੰਮ ਨਹੀਂ ਹੈ ਕਿ ਸਰਕਾਰਾਂ ਨੂੰ ਚੇਤੇ ਕਰਾਇਆ ਜਾਏ, ਤਾਂ ਫਿਰ ਇਹ ਹੋਰ ਕੰਮ ਕਿਸ ਦਾ ਹੈ? ਸੋ ਇੱਥੇ ਸਵਾਲ ਸਭ ਤੋਂ ਵੱਡਾ ਤੇ ਸਭ ਤੋਂ ਅਹਿਮ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਹੈ, ਜੋ ਕਿ ਆਪਣੇ ਟਵੀਟਾਂ ਦੇ ਰਾਹੀਂ ਗੱਲਾਂ ਬਾਤਾਂ ਕਰਦੇ ਨੇ ਕਿ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ। ਤੁਸੀਂ ਸਖਤ ਤੋਂ ਸਖਤ ਸਜ਼ਾਵਾਂ ਨਹੀਂ ਦੇ ਪਾ ਰਹੇ ਹੋ, ਤਾਂ ਹੀ ਕਰਕੇ ਜਿਹੜੇ ਨੋਟੋਰੀਅਸ ਕ੍ਰਿਮੀਨਲਸ ਨੇ, ਗੈਂਗਸਟਰ ਨੇ, ਸੁਖਪ੍ਰੀਤ ਬੁੱਢੇ ਵਰਗੇ, ਗੋਲਡੀ ਬਰਾੜ ਵਰਗੇ, ਉਹਨਾਂ ਨੂੰ ਬੇਅਦਬੀ ਦੇ ਮੁਲਜ਼ਮਾਂ ਨੂੰ ਸੜਕਾਂ ਉੱਤੇ ਗੋਲੀਆਂ ਮਾਰਨੀਆਂ ਪੈ ਰਹੀਆਂ ਨੇ। ਜੇਲ੍ਹਾਂ ਦੇ ਵਿੱਚ ਰੋਡਾਂ ਦੇ ਨਾਲ ਮਾਰਿਆ ਗਿਆ ਸੀ ਮਹਿੰਦਰਪਾਲ ਸਿੰਘ ਬਿੱਟੂ ਨੂੰ, ਜੋ ਕਿ ਇੱਕ ਅਹਿਮ ਕੜੀ ਵੀ ਸੀ, ਉਸਨੇ ਜੋੜਨਾ ਸੀ ਸਾਰੇ ਦੇ ਸਾਰੇ ਤਾਰ। ਤੇ ਉਸ ਤੋਂ ਬਾਅਦ ਆਪਾਂ ਜਸਵੀਰ ਸਿੰਘ ਦਾ ਕੇਸ ਵੇਖਿਆ। ਸਿਰਫ ਗੱਲਾਂ ਬਾਤਾਂ, ਤੁਸੀਂ ਟਵੀਟਾਂ ਕਰ ਦਿਓ, ਤੁਸੀਂ ਬਿਆਨਬਾਜ਼ੀ ਕਰ ਦਿਓ, ਜੋ ਵਿਧਾਨ ਸਭਾ ਦੇ ਵਿੱਚ ਠੰਡੇ ਬਸਤਿਆਂ ਦੇ ਵਿੱਚ ਤੁਸੀਂ ਰੱਖਿਆ ਹੋਇਆ ਉਸ ਨੂੰ ਕਦੋਂ ਕੱਢੋਗੇ? ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਮੁਲਜ਼ਮ ਨੇ, ਦੋਸ਼ੀ ਨੇ, ਉਹ ਗੈਂਗਸਟਰਾਂ ਜਾਂ ਕ੍ਰਿਮੀਨਲਸ ਵੱਲੋਂ ਸਜ਼ਾਵਾਂ ਦੇਣ ਦੇ ਮੁਹਤਾਜ ਨਾ ਰਹਿਣ। ਇਸ ਵਾਸਤੇ ਜ਼ਰੂਰੀ ਹੈ ਕਿ ਸਰਕਾਰਾਂ ਠੰਡੇ ਬਸਤਿਆਂ 'ਚੋਂ ਉਹਨਾਂ ਕਾਨੂੰਨਾਂ ਨੂੰ, ਜੋ ਕਿ ਬਿੱਲਾਂ ਦੀ ਸ਼ਕਲ ਦੇ ਵਿੱਚ ਪਾਸ ਹੋਏ ਬਿੱਲ ਪਏ ਹੈਗੇ ਨੇ, ਕੇਂਦਰ ਸਰਕਾਰ ਵੱਲੋਂ ਕੁਝ ਆਪੱਤੀਆਂ ਵੀ ਲੱਗੀਆਂ, ਲੇਕਿਨ ਉਹਨਾਂ ਆਪੱਤੀਆਂ ਨੂੰ ਐਡਰੈਸ ਕਰਕੇ ਵੀ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹ ਸਾਰੀ ਗੱਲਬਾਤ ਨੂੰ ਵੈਟ ਕਰਵਾ ਲਿਆ ਸੀ। ਲੇਕਿਨ ਕੀ ਕਾਰਨ ਹੈਗੇ ਨੇ ਕਿ ਉਹ ਕਾਨੂੰਨ ਸਖਤ ਨਹੀਂ ਹੋ ਪਾ ਰਹੇ ਤੇ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਪਾ ਰਹੀਆਂ? ਮੈਨੂੰ ਚੰਗੀ ਤਰ੍ਹਾਂ ਯਾਦ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਤਕਰੀਬਨ 3 ਜਾਂ 4 ਜਿਹੜੀਆਂ ਘਟਨਾਵਾਂ ਹੋਈਆਂ, ਇਨਕਲੂਡਿੰਗ ਦਰਬਾਰ ਸਾਹਿਬ ਵਿਖੇ ਸੈਂਕਟਮ ਸੈਕਟੋਰਮ ਵਿੱਚ ਉਸ ਸ਼ਖਸ ਵੱਲੋਂ ਵੜਨ ਦੀ ਕੋਸ਼ਿਸ਼। ਜੇ ਇੰਨੀ ਹੀ ਚਿੰਤਾ SGPC ਵਰਗੇ ਅਦਾਰਿਆਂ ਨੂੰ ਸੀ, ਉਹ ਵਾਕਈ ਚਾਹੁੰਦੇ ਸੀ ਕਿ ਇਸ ਪੂਰੀ ਦੀ ਪੂਰੀ ਸਾਜ਼ਿਸ਼ ਦੀ ਤਹਿ ਤੱਕ ਪਹੁੰਚਿਆ ਜਾਏ, ਤਾਂ ਫਿਰ ਉਸ ਸ਼ਖਸ ਨੂੰ ਜਿਉਂਦਿਆਂ ਜੀ ਉਸ ਦਾ ਪਤਾ ਕਿਉਂ ਨਹੀਂ ਪੁੱਛਿਆ ਗਿਆ? ਉਸਦੇ ਮਰਨ ਤੋਂ ਬਾਅਦ 5-5 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਇਹ ਕਿਹਾ ਗਿਆ ਕਿ ਇਸ ਸ਼ਖਸ ਦੀ ਸ਼ਨਾਖਤ ਜਾਂ ਪਛਾਣ ਜਿਹੜਾ ਬੰਦਾ ਦੱਸੇਗਾ ਉਹਨੂੰ ਅਸੀਂ 5 ਲੱਖ ਰੁਪਏ ਦਾ ਇਨਾਮ ਦਾਂਗੇ, ਜਦੋਂ ਜਿਉਂਦਾ ਸੀ ਉਸ ਤੋਂ ਕਿਸੇ ਨੇ ਪੁੱਛਿਆ ਨਹੀਂ। ਤਹਿ ਤੱਕ ਵੜਨ ਦੀ, ਸੂਤਰਧਾਰਾਂ ਤੱਕ ਪਹੁੰਚਣ ਦੀ, ਅਸਲ ਸਾਜ਼ਿਸ਼ ਕਾੜਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਹੀ ਉਹ ਦੌਰ ਸੀ ਜਦੋਂ ਕਿ ਸੁਲਤਾਨਪੁਰ ਲੋਧੀ, ਕਪੂਰਥਲੇ ਤੇ ਈਵਨ ਦਿੱਲੀ ਦੇ ਵਿੱਚ ਵੀ ਸਿੰਘੂ ਬਾਰਡਰ ਉੱਤੇ ਜਿਹੀ ਘਟਨਾ ਹੁੰਦੀ ਹੈ ਜਿਸ ਵਿੱਚ ਕਿ ਸੋ ਕਾਲਡ ਕਥਿਤ ਤੌਰ ਤੇ ਜਿਹੜੀ ਬੇਅਦਬੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਤੇ ਉਹਨਾਂ ਦੀ ਮੌਬ ਲਿੰਚਿੰਗਸ ਤੱਕ ਹੋਈਆਂ, ਲੋਕਾਂ ਨੇ ਫੜ ਕੇ ਉਹਨਾਂ ਨੂੰ ਮਾਰਿਆ। ਸੋ ਭੀੜ ਤੰਤਰ ਨਹੀਂ ਹੋਣਾ ਚਾਹੀਦਾ, ਗੈਂਗਸਟਰਾਂ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ ਇਹ ਸਿਸਟਮ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਪੱਖੋਂ। ਅੱਜ ਦੀ ਰਿਪੋਰਟ ਨੂੰ ਬਣਾਉਣ ਦਾ ਇਹੀ ਇੱਕ ਸੁਨੇਹਾ
ਸੁਨੇਹਾ ਤੇ ਮੈਸੇਜ ਸੀ ਜੋ ਕਿ ਕ੍ਰਿਸਟਲ ਕਲੀਅਰ ਹੈ ਤੇ ਸਰਕਾਰ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਕੰਨ ਖੋਲ ਕੇ ਇਹ ਗੱਲਬਾਤ ਸੁਣਨ ਦੀ ਤੇ ਇਸ ਉੱਤੇ ਕੁਝ ਕੰਮ ਕਰਨ ਦੀ, ਐਕਸ਼ਨ ਕਰਨ ਦੀ ਲੋੜ ਹੈ। ਸੋ ਅੱਜ ਦੀ ਰਿਪੋਰਟ ਇੱਥੋਂ ਤੱਕ ਹੀ ਸੀ। ਇਹ ਪੂਰੇ ਬੈਕਗਰਾਉਂਡ ਦੇ ਬਾਰੇ ਜੇ ਤੁਸੀਂ ਹੋਰ ਤਫਸੀਲ ਦੇ ਨਾਲ ਰਿਪੋਰਟ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਸ ਡਿਸਕ੍ਰਿਪਸ਼ਨ ਬਾਕਸ ਜਾਂ ਫਿਰ ਮੇਰੇ ਸਜੈਸਟਡ ਵੀਡੀਓਜ਼ ਦੇ ਵਿੱਚ ਰੰਗੀਲਾ ਰਸੂਲ, ਮੁਹੰਮਦ ਅਲੀ ਜਿੰਨਾ, ਇਲਮਦੀਨ ਮਹਾਸ਼ੇ ਜਿਹੜੇ ਰਾਜਪਾਲ ਸੀ ਉਹਨਾਂ ਦੇ ਉੱਤੇ ਜਿਹੜੀ ਪ੍ਰੋਪਰ ਰਿਪੋਰਟ ਮੈਂ ਉਹਨਾਂ ਵਕਤਾਂ ਦੇ ਵਿੱਚ ਬਣਾਈ ਸੀ ਦਸੰਬਰ 2021 ਦੇ ਵਿੱਚ, ਉਹ ਇਸ YouTube ਚੈਨਲ ਉੱਤੇ ਉਪਲਬਧ ਹੈ। ਤੁਸੀਂ ਉਸ ਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਰਿਪੋਰਟ ਨੂੰ ਵੇਖਣ ਲਈ। ਤੇ ਆਸ ਕਰਾਂਗਾ ਤੁਸੀਂ ਇਸ ਬਾਰੇ ਕੋਈ ਰਾਏ ਜ਼ਰੂਰ ਰੱਖਦੇ ਹੋ ਜੋ ਕਿ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਜ਼ਰੂਰ ਕਰੋ, ਫੀਡਬੈਕ ਜ਼ਰੂਰ ਦਿਓ। ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।